ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਅਜਮੇਰ ਸਿੰਘ ਜੀ ਦੀ ਰਚਨਾ 20ਵੀਂ ਸਦੀ ਦੀ ਸਿੱਖ ਰਾਜਨੀਤੀ ਭਾਗ 37ਵਾਂ। ਸੰਤ ਫਤਿਹ ਸਿੰਘ ਨੇ ਹੁਕਮ ਸਿੰਘ ਦੇ ਹੱਥੋਂ ਫਲਾਂ ਦਾ ਰਸ ਪੀ ਕੇ ਆਪਣਾ ਵਰਤ ਖਤਮ ਕਰ ਦਿੱਤਾ। ਇਸ ਬੇਸੁਆਦੇ ਨਾਟਕੀ ਘਟਨਾਕ੍ਰਮ ਤੋਂ ਬਾਅਦ 2.5 ਸਾਲਾਂ ਤੱਕ ਚੰਡੀਗੜ੍ਹ ਦਾ ਮਾਮਲਾ ਰਾਜ ਸੱਤਾ ਲਈ ਜ਼ੋਰ ਅਜ਼ਮਾਈ ਦੀਆਂ ਮਸ਼ਕਾਂ ਦੀ ਧੂੜ ਹੇਠ ਦੱਬ ਕੇ ਰਹਿ ਗਿਆ। ਨਾ ਕਾਂਗਰਸੀ ਹਾਕਮਾਂ ਨੇ ਇਸ ਨੂੰ ਹੱਲ ਕਰਨ ਵਿੱਚ ਕੋਈ ਰੁਚੀ ਦਿਖਾਈ ਅਤੇ ਨਾ ਅਕਾਲੀ ਲੀਡਰਸ਼ਿਪ ਨੇ ਇਸ ਬਾਰੇ ਬਿਆਨਬਾਜ਼ੀ ਤੋਂ ਵੱਧ ਕੋਈ ਸਰਗਰਮੀ ਕਰਨੀ ਜ਼ਰੂਰੀ ਸਮਝੀ। ਅਕਾਲ ਤਖਤ ਦੀ ਤੀਜੀ ਛੱਤ ਉੱਤੇ ਉਸਰੇ ਹਵਨ ਕੁੰਡਾਂ ਅੰਦਰ ਜਿਲਬ ਦੀਆਂ ਮੋਟੀਆਂ ਤਹਿਆਂ ਜੰਮ ਗਈਆਂ। ਅਕਾਲੀ ਲੀਡਰਸ਼ਿਪ ਦੀ ਸਾਰੀ ਸੁਤਾ ਸਰਕਾਰਾਂ ਬਣਾਉਣ ਬਚਾਉਣ ਉੱਤੇ ਲੱਗੀ ਰਹੀ। ਸੰਤ ਫਤਿਹ ਸਿੰਘ ਅਤੇ ਉਸ ਦੀ ਹਮਖਿਆਲ ਅਕਾਲੀ ਲੀਡਰਸ਼ਿਪ ਲਈ ਉਦੋਂ ਕਸੂਤੀ ਹਾਲਤ ਪੈਦਾ ਹੋ ਗਈ ਜਦ 15 ਅਗਸਤ 1969 ਨੂੰ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਚੰਡੀਗੜ੍ਹ ਨੂੰ ਪੰਜਾਬ ਵਿੱਚ ਸ਼ਾਮਲ ਕਰਨ ਦੀ ਮੰਗ ਨੂੰ ਲੈ ਕੇ ਆਪਣਾ ਮਰਨ ਵਰਤ ਆਰੰਭ ਕਰ ਦਿੱਤਾ। ਸਰਦਾਰ ਫੇਰੂਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਨੀ ਮੈਂਬਰ ਤੇ ਇਸ ਦੇ ਸਕੱਤਰ ਰਹਿ ਚੁੱਕੇ ਸਨ। ਆਪਣੇ ਰਾਜਸੀ ਜੀਵਨ ਦਾ ਵੱਡਾ ਭਾਗ ਕਾਂਗਰਸ ਦੀ ਸੇਵਾ ਦੇ ਲੇਖੇ ਲਾਉਣ ਤੋਂ ਬਾਅਦ ਉਹ ਬੁਢਾਪੇ ਵਿੱਚ ਆ ਕੇ ਸੱਜੇ ਪੱਖੀ ਪਿਛਾਂ ਖਿੱਚੂ ਰਾਜਸੀ ਵਿਚਾਰਧਾਰਾ ਨੂੰ ਪ੍ਰਣਾਈ ਸੁਤੰਤਰ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। 1955 ਵਿੱਚ ਜਦ ਅਕਾਲੀ ਦਲ ਨੇ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਅਰੇ ਤੇ ਲਾਈ ਪਾਬੰਦੀ ਨੂੰ ਹਟਾਉਣ ਲਈ ਪੁਰ ਅਮਨ ਮੋਰਚਾ ਲਾਇਆ ਹੋਇਆ ਸੀ ਤਾਂ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਇਸ ਮੋਰਚੇ ਦੇ ਖਿਆਲ ਕਾਂਗਰਸੀ ਝੰਡਾ ਚੁੱਕਦਿਆਂ ਹੋਇਆਂ ਗੁਰਦੁਆਰਿਆਂ ਦੀ ਰਾਜਸੀ ਮਕਸਦਾਂ ਵਾਸਤੇ ਦੁਰਵਰਤੋਂ ਨੂੰ ਬੰਦ ਕਰਾਉਣ ਦੇ ਬਹਾਨੇ ਅਕਾਲੀ ਮੋਰਚੇ ਦੇ ਵਿਰੋਧ ਵਿੱਚ ਜਵਾਬੀ ਮੋਰਚਾ ਲਾਉਣ ਦੀ ਅਸਫਲ ਕੋਸ਼ਿਸ਼ ਕੀਤੀ ਸੀ। ਜੂਨ 1955 ਨੂੰ ਸ਼ੁਰੂ ਵਿੱਚ ਉਹਨਾਂ ਇਹ ਧਮਕੀ ਭਰਿਆ ਬਿਆਨ ਜਾਰੀ ਕੀਤਾ ਕਿ ਅਕਾਲੀ ਆਗੂਆਂ ਵੱਲੋਂ ਮੋਰਚੇ ਦੌਰਾਨ ਮੰਜੀ ਸਾਹਿਬ ਵਿਖੇ ਦੀਵਾਨ ਵਿੱਚ ਕੀਤੀਆਂ ਜਾ ਰਹੀਆਂ ਰਾਜਸੀ ਤਕਰੀਰਾਂ ਨੂੰ ਬੰਦ ਕਰਾਉਣ ਲਈ ਉਹ 26 ਜੂਨ ਨੂੰ 25 ਕਾਂਗਰਸੀ ਸਿੱਖਾਂ ਦਾ ਜਥਾ ਲੈ ਕੇ ਦੀਵਾਨ ਅੰਦਰ ਜਾਣਗੇ। ਸਰਦਾਰ ਫੇਰੂਮਾਨ ਦੇ ਇਸ ਐਲਾਨ ਨੂੰ ਮਹਾਸ਼ਾ ਪ੍ਰੈਸ ਨੇ ਖੂਬ ਉਛਾਲਿਆ। ਸਿੱਖਾਂ ਨੂੰ ਸਿੱਖਾਂ ਦੇ ਗਲ ਪੈਂਦਾ ਦੇਖਣ ਦੀ ਖੁਸ਼ੀ ਭਰੀ ਉਮੀਦ ਵਿੱਚ ਹਿੰਦੂ ਤਾਕਤਾਂ ਵੱਲੋਂ ਮਨ ਅੰਦਰਲਾ ਚਾਅ ਤੇ ਖੁਸ਼ੀ ਸੰਭਾਲੀ ਨਾ ਗਈ। ਹਰ ਵੰਨਗੀ ਦੇ ਕਾਂਗਰਸ ਨਵਾਜ਼ ਸਿੱਖਾਂ ਜਥੇਦਾਰ ਊਧਮ ਸਿੰਘ ਨਾਗੋਕੇ ਤੇ ਈਸ਼ਰ ਸਿੰਘ ਮਝੈਲ ਵਗੈਰਾ ਨੇ ਸਰਦਾਰ ਫੇਰੂਮਾਨ ਦੇ ਇਸ ਐਲਾਨ ਦੀ ਹਮਾਇਤ ਦੇ ਮਤੇ ਪਾਉਣੇ ਸ਼ੁਰੂ ਕਰ ਦਿੱਤੇ। ਇਹ ਕਾਂਗਰਸੀਆਂ ਦੀ ਮੋਰਚੇ ਦੌਰਾਨ ਮੰਜੀ ਸਾਹਿਬ ਵਿਖੇ ਰੋਜ਼ਾਨਾ ਸੱਜਣ ਵਾਲੇ ਦੀਵਾਨ ਵਿੱਚ ਗੜਬੜ ਪੈਦਾ ਕਰਨ ਅਤੇ ਫਿਰ ਫਸਾਦ ਦੇ ਬਹਾਨੇ ਉੱਥੇ ਪੁਲਿਸ ਦਾਖਲੇ ਲਈ ਰਾਹ ਪੱਧਰਾ ਕਰਨ ਦੀ ਇੱਕ ਸੋਚੀ ਵਿਚਾਰੀ ਚਾਲ ਸੀ। ਸੁਭਾਵਕ ਹੀ ਪੰਥਕ ਸਫਾ ਰਾਹ ਪੱਧਰਾ ਕਰਨ ਦੀ ਪੰਥਕ ਅੰਦਰ ਇਸ ਦਾ ਤਿੱਖਾ ਅਤੇ ਰੋਹ ਭਰਿਆ ਪ੍ਰਤੀਕਰਮ ਹੋਇਆ। ਇੱਕ ਜਥੇਦਾਰ ਭਾਨ ਸਿੰਘ ਜਾਲੂਵਾਲ ਨੇ ਮੋੜਵਾਂ ਚੁਣੌਤੀ ਭਰਿਆ ਬਿਆਨ ਦਾਗ ਦਿੱਤਾ ਕਿ ਜੇਕਰ ਦਰਸ਼ਨ ਸਿੰਘ ਫੇਰੂਮਾਨ ਪਹਾੜੀ ਰਾਜਿਆਂ ਦਾ ਹਾਥੀ ਬਣ ਕੇ ਆਉਂਦਾ ਰਿਹਾ ਹੈ ਤਾਂ ਉਹ ਕਲਗੀਧਰ ਪਾਤਸ਼ਾਹ ਦਾ ਬਚਿੱਤਰ ਸਿੰਘ ਬਣ ਕੇ ਉਸ ਦਾ ਮੁਕਾਬਲਾ ਕਰੇਗਾ। ਅਜਿਹੀ ਭੜਕਾਹਟ ਚੋਂ ਨਿਕਲਣ ਵਾਲੇ ਮਾਰੂ ਨਤੀਜਿਆਂ ਦੀ ਗੰਭੀਰਤਾ ਨੂੰ ਮਹਿਸੂਸ ਕਰਦਿਆਂ ਹੋਇਆਂ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਬਾਬਾ ਹਰਕ੍ਰਿਸ਼ਨ ਸਿੰਘ ਨੇ ਆਪਣੀ ਸੂਝ ਸਿਆਣਪ ਦੇ ਅਸਰ ਰਸੂਖ ਨਾਲ ਗੱਲ ਠੰਡੀ ਪਾ ਦਿੱਤੀ ਅਤੇ ਸਰਦਾਰ ਫੇਰੂਮਾਨ ਨੇ ਆਪਣੀ ਪ੍ਰਸਤਾਵਿਤ ਕਾਰਵਾਈ ਮਨਸੂਖ ਕਰ ਦਿੱਤੀ। ਥੋੜੇ ਚਿਰ ਬਾਅਦ 1957 ਕਾਂਗਰਸ ਪਾਰਟੀ ਨੇ ਸਰਦਾਰ ਫੇਰੂਮਾਨ ਨੂੰ ਰਾਜ ਸਭਾ ਦੀ ਮੈਂਬਰੀ ਨਾਲ ਨਿਵਾਜ ਦਿੱਤਾ
ਅਕਾਲੀ ਲੀਡਰਸ਼ਿਪ ਅਤੇ ਸਫਾਂ ਦੇ ਵੱਡੇ ਹਿੱਸੇ ਸਰਦਾਰ ਫੇਰੂਮਾਨ ਦੇ ਮਰਨ ਵਰਤ ਦੇ ਫੈਸਲੇ ਨੂੰ ਵੱਧ ਉਪਰੋਕਤ ਪ੍ਰਸੰਗ ਦੀ ਰੌਸ਼ਨੀ 'ਚ ਦੇਖਦੇ ਸਨ। ਉਹਨਾਂ ਨੂੰ ਇਸ ਪਿੱਛੇ ਪੰਥਦੋਖੀ ਤਾਕਤਾਂ ਦੀ ਅਕਾਲੀ ਦਲ ਅਤੇ ਉਸ ਦੀ ਲੀਡਰਸ਼ਿਪ ਨੂੰ ਢਾਹ ਲਾਉਣ ਦੀ ਸਾਜ਼ਿਸ਼ ਦਾ ਆਭਾਸ ਹੁੰਦਾ ਸੀ। ਉਸ ਦੇ ਉਲਟ ਕਈ ਕਿਸਮ ਦੀਆਂ ਤਾਕਤਾਂ ਆਪਣੇ ਅਲੱਗ-ਅਲੱਗ ਉਦੇਸ਼ਾਂ ਅਤੇ ਕਾਰਨਾਂ ਕਰਕੇ ਸਰਦਾਰ ਫੇਰੂਮਾਨ ਦੀ ਹਮਾਇਤ ਵਿੱਚ ਸਰਗਰਮ ਹੋ ਗਈਆਂ। ਪੰਥਕ ਸੋਚ ਅਤੇ ਜਜ਼ਬਾ ਰੱਖਣ ਵਾਲੇ ਕੁਝ ਲੋਕਾਂ ਨੂੰ ਸਰਦਾਰ ਫੇਰੂਮਾਨ ਦੇ ਐਲਾਨੇ ਕਾਜ ਨਾਲ ਦਿਲੀ ਹਮਦਰਦੀਆਂ ਸਨ। ਕਈਆਂ ਦਾ ਮੁੱਖ ਉਦੇਸ਼ ਸਰਦਾਰ ਫੇਰੂਮਾਨ ਦੀ ਕੁਰਬਾਨੀ ਦੇ ਜ਼ਰੀਏ ਸੰਤ ਫਤਿਹ ਸਿੰਘ ਦੀ ਲੀਡਰਸ਼ਿਪ ਉੱਤੇ ਕਰਾਰੀ ਚੋਟ ਮਾਰਨਾ ਸੀ। ਕੁਝ ਤਾਕਤਾਂ ਕੇਵਲ ਅਤੇ ਕੇਵਲ ਅਕਾਲੀ ਸਰਕਾਰ ਲਈ ਸੰਕਟ ਖੜਾ ਕਰਨ ਦੀ ਨਕਾਰੀ ਭਾਵਨਾ ਚੋਂ ਹੀ ਸਰਦਾਰ ਫੇਰੂਮਾਨ ਦੀ ਸ਼ਹੀਦੀ ਦੀਆਂ ਇੱਛਾਵਾਂ ਪਾਲ ਰਹੀਆਂ ਸਨ। ਖੈਰ, ਸਰਦਾਰ ਫੇਰੂਮਾਨ ਦੇ ਵਰਤ ਸ਼ੁਰੂ ਕਰਨ ਪਿੱਛੇ ਰਾਜਸੀ ਉਦੇਸ਼ ਭਾਵੇਂ ਕੁਝ ਵੀ ਹੋਣ, ਪਰ ਉਹਨਾਂ ਵੱਲੋਂ ਬਿਰਧ ਅਵਸਥਾ ਦੇ ਬਾਵਜੂਦ ਆਪਣਾ ਕੀਤਾ ਹੋਇਆ ਪ੍ਰਣ ਤੋੜ ਨਿਭਾਉਣ ਲਈ ਦਿਖਾਏ ਸਿਰੜ ਨੇ ਸਿੱਖ ਜਗਤ ਦੇ ਚੋਖੇ ਹਿੱਸਿਆਂ ਅੰਦਰ ਉਹਨਾਂ ਪ੍ਰਤੀ ਪ੍ਰਸ਼ੰਸਾ ਤੇ ਸ਼ਰਧਾ ਦਾ ਭਾਵ ਪੈਦਾ ਕਰ ਦਿੱਤਾ। ਸਰਦਾਰ ਫੇਰੂਮਾਨ ਦੇ ਵਰਤ ਨੇ ਚੰਡੀਗੜ੍ਹ ਦੇ ਮਸਲੇ ਤੇ ਪੰਜਾਬ ਅੰਦਰ ਰਾਜਸੀ ਸਰਗਰਮੀ ਦਾ ਮੈਦਾਨ ਗਰਮਾ ਦਿੱਤਾ। ਅਕਾਲੀ ਲੀਡਰਸ਼ਿਪ ਲਈ ਇਸ ਮਸਲੇ ਬਾਰੇ ਹੋਰ ਵੱਧ ਘੇਸਲ ਵੱਟ ਸਕਣੀ ਨਾਮੁਮਕਿਨ ਹੋ ਗਈ। ਅਕਾਲੀ ਦਲ ਦੀ ਪਹਿਲ ਕਦਮੀ ਤੇ ਕਾਂਗਰਸ ਸਮੇਤ ਪੰਜਾਬ ਦੀਆਂ 7 ਰਾਜਸੀ ਪਾਰਟੀਆਂ ਦੀ ਸਾਂਝੀ ਐਕਸ਼ਨ ਕਮੇਟੀ ਹੋਂਦ ਵਿੱਚ ਆ ਗਈ, ਜਿਸ ਦੇ ਸੱਦੇ ਤੇ 17 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਇੱਕ ਬਹੁਤ ਹੀ ਭਾਰੀ ਅਤੇ ਲਾਮਿਸਾਲ ਰੈਲੀ ਹੋਈ। ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਪ੍ਰਧਾਨ ਮੰਤਰੀ ਤੇ ਹੋਰਨਾਂ ਹਿੰਦੂ ਆਗੂਆਂ ਦੀਆਂ ਫੋਕੀਆਂ ਅਪੀਲਾਂ ਤੇ ਆਪਣਾ ਵਰਤ ਤੋੜਨ ਤੋਂ ਦ੍ਰਿੜਤਾ ਨਾਲ ਇਨਕਾਰ ਕਰੀ ਰੱਖਿਆ ਅਤੇ ਵਰਤ ਦੇ 74ਵੇਂ ਦਿਨ 27 ਅਕਤੂਬਰ ਉਹਨਾਂ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਆਪਣੇ ਪ੍ਰਾਣ ਤਿਆਗ ਦਿੱਤੇ। ਸਰਦਾਰ ਫੇਰੂਮਾਨ ਦੀ ਇਸ ਸ਼ਹਾਦਤ ਨੇ ਪੜ੍ਹੇ ਲਿਖੇ ਸ਼ਹਿਰੀ ਸਿੱਖ ਨੌਜਵਾਨਾਂ ਦੇ ਕੁਝ ਹਿੱਸਿਆਂ ਅੰਦਰ ਹਿੰਦੂ ਹਾਕਮਾਂ ਅਤੇ ਸੱਤਾ ਦੇ ਕਾਬਜ ਅਕਾਲੀ ਆਗੂਆਂ ਵਿਰੁੱਧ ਤਿੱਖਾ ਰੋਸ ਭਰ ਦਿੱਤਾ। ਪਰ ਨੌਜਵਾਨਾਂ ਦਾ ਇਹ ਵਰਗ ਬਹੁਤ ਹੀ ਛੋਟਾ ਸੀ। ਦੂਜਾ, ਉਹਨਾਂ ਦਾ ਅਸਰ ਰਸੂਖ ਮੁੱਖ ਤੌਰ ਤੇ ਸ਼ਹਿਰੀ ਸਿੱਖ ਹਲਕਿਆਂ ਤੱਕ ਹੀ ਸੀਮਿਤ ਸੀ। ਪੇਂਡੂ ਸਿੱਖ ਵਰਗ, ਖਾਸ ਕਰਕੇ ਹਰੇ ਇਨਕਲਾਬ ਦੀਆਂ ਬਰਕਤਾਂ ਹੰਢਾ ਰਹੀ ਸਿੱਖ ਕਿਸਾਨੀ ਅਕਾਲੀ ਲੀਡਰਸ਼ਿਪ ਦੀ ਰਾਜਸੀ ਵਿਚਾਰਧਾਰਾ ਦਾ ਲੜ ਛੱਡਣ ਦੇ ਰੌਂ ਵਿੱਚ ਨਹੀਂ ਸੀ। ਇਸ ਕਰਕੇ ਸਰਦਾਰ ਫੇਰੂਮਾਨ ਦੀ ਸ਼ਹਾਦਤ ਨੇ ਅਕਾਲੀ ਲੀਡਰਸ਼ਿਪ ਉੱਤੇ ਚੰਡੀਗੜ੍ਹ ਦੇ ਮਸਲੇ ਤੇ ਫੌਰੀ ਕੋਈ ਅਸਰਦਾਰ ਕਾਰਵਾਈ ਕਰਨ ਦਾ ਦਬਾਅ ਤਾਂ ਜ਼ਰੂਰ ਚਾੜ ਦਿੱਤਾ, ਪਰ ਉਸਦੇ ਪੇਂਡੂ ਜਨਤਕ ਆਧਾਰ ਨੂੰ ਕੋਈ ਵੱਡੀ ਆਂਚ ਨਾ ਆਈ। ਹਾਲਾਤ ਦੇ ਦਬਾਅ ਹੇਠ ਸੰਤ ਫਤਿਹ ਸਿੰਘ ਨੇ 26 ਜਨਵਰੀ 1970 ਨੂੰ ਮੁੜ ਮਰਨ ਵਰਤ ਆਰੰਭ ਕਰ ਦਿੱਤਾ ਅਤੇ ਚੰਡੀਗੜ੍ਹ ਆਦਿ ਬਾਰੇ ਅਕਾਲੀ ਦਲ ਦੀਆਂ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ 1 ਫਰਵਰੀ ਨੂੰ ਠੀਕ 3 ਵਜੇ ਆਪਣੇ ਆਪ ਨੂੰ ਅਗਨ ਭੇਟ ਕਰਨ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ। ਇਹ ਅੱਗ ਵੀ ਆਂਦੀ ਹੋਣੀ, ਭਾਊ ਪਖੰਡੀ ਡਿਆ ਕਰਨ। 3 ਸਾਲ ਪਹਿਲਾਂ ਉਸਾਰੇ ਹਵਨ ਕੁੰਡ ਨੂੰ ਝਾੜ ਪੂੰਝ ਕੇ ਉਸਾਰੇ ਹਵਨ ਕੁੰਡ ਨੂੰ ਝਾੜ ਪੂੰਝ ਕੇ ਮੁੜ ਸ਼ਿੰਗਾਰ ਲਿਆ ਗਿਆ। ਪਰ ਜਿਵੇਂ ਕਹਿੰਦੇ ਹਨ ਕਿ ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜ੍ਹਦੀ, ਸੰਤ ਫਤਿਹ ਸਿੰਘ ਵੱਲੋਂ ਅਗਨ ਭੇਟ ਹੋਣ ਦੇ ਦੂਜੀ ਵਾਰ ਕੀਤੇ ਗਏ ਐਲਾਨ ਦਾ ਸਿੱਖ ਮਨਾਂ ਉੱਤੇ ਕੋਈ ਖਾਸ ਅਸਰ ਨਾ ਪਿਆ। ਸਿੱਖ ਜਨਤਾ ਨੇ ਇਸ ਨੂੰ ਜ਼ਿਆਦਾ ਕਰਕੇ ਸ਼ੱਕ ਅਤੇ ਹਕਾਰਤ ਦੀ ਭਾਵਨਾ ਨਾਲ ਹੀ ਲਿਆ। ਉਧਰ ਹਿੰਦੂ ਹਾਕਮਾਂ ਨੂੰ ਵੀ ਪਿਛਲੇ ਅਮਲ ਚੋਂ ਇੱਕ ਇਹ ਪੱਕਾ ਭਰੋਸਾ ਵੱਜ ਗਿਆ ਸੀ ਕਿ ਸੰਤ ਫਤਿਹ ਸਿੰਘ ਦੇ ਅਗਨ ਭੇਟ ਹੋਣ ਦੇ ਦਮਕਜਿਆਂ 'ਚ ਕੋਈ ਬਹੁਤਾ ਤੰਤ ਨਹੀਂ। ਇਸ ਵਾਰ ਸਾਰਾ ਮਾਮਲਾ ਉਹਨਾਂ ਦੇ ਕਿਤੇ ਵੱਧ ਕਾਬੂ ਹੇਠ ਸੀ, ਕਿਉਂਕਿ ਇਸ ਮਸਲੇ ਬਾਰੇ ਅਕਾਲੀ ਦਲ ਵੱਲੋਂ 10 ਜਨਵਰੀ ਨੂੰ ਰਿਵਾਜਨ ਬੁਲਾਈ ਸਰਬ ਸੰਸਾਰ ਪੰਥਕ ਕਨਵੈਨਸ਼ਨ ਨੇ ਜੋ ਸਖਤ ਮਤਾ ਪਾਸ ਕੀਤਾ, ਉਸ ਨੂੰ ਪੇਸ਼ ਕਰਨ ਵਾਲੇ ਜਥੇਦਾਰ ਸੰਤੋਖ ਸਿੰਘ ਸਨ, ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਅਤੇ ਕਾਂਗਰਸੀ ਹਾਕਮਾਂ ਦੇ ਖਾਸ ਵਿਸ਼ਵਾਸ ਪਾਤਰ ਮੰਨੇ ਜਾਂਦੇ ਸਨ।
ਇਸ ਕਰਕੇ ਇਸ ਵਾਰ ਹਿੰਦੂ ਹਾਕਮਾਂ ਨੂੰ ਕਿਸੇ ਵਿਚੋਲੇ ਦੀਆਂ ਸੇਵਾਵਾਂ ਦੀ ਲੋੜ ਮਹਿਸੂਸ ਨਾ ਹੋਈ। ਉਹ ਅਕਾਲੀ ਆਗੂਆਂ ਦੀਆਂ ਕਮਜ਼ੋਰੀਆਂ ਤੋਂ ਭਲੀ ਭਾਂਤ ਵਾਕਫ ਹੋ ਚੁੱਕੇ ਸਨ ਅਤੇ ਉਹਨਾਂ ਨੂੰ ਅਕਾਲੀ ਲੀਡਰਸ਼ਿਪ ਦੀ ਅੰਦਰੂਨੀ ਦਸ਼ਾ ਬਾਰੇ ਪਲ ਪਲ ਜਾਣਕਾਰੀ ਮਿਲ ਰਹੀ ਸੀ। ਕੇਂਦਰੀ ਵਜ਼ਾਰਤ ਦੀ ਅੰਦਰੂਨੀ ਮਾਮਲਿਆਂ ਬਾਰੇ ਕਮੇਟੀ ਨੇ 25 ਜਨਵਰੀ ਨੂੰ ਆਪਣੀ ਵਿਸ਼ੇਸ਼ ਮੀਟਿੰਗ ਬੁਲਾ ਕੇ ਚੰਡੀਗੜ੍ਹ ਅਤੇ ਇਸ ਨਾਲ ਜੁੜਵੇਂ ਮਸਲਿਆਂ ਬਾਰੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਅੰਤਮ ਰੂਪ ਦੇ ਦਿੱਤਾ, ਪਰ ਕਿਸੇ ਖਾਸ ਵਿਉਂਤ ਦੇ ਤਹਿਤ ਇਸ ਦਾ ਐਲਾਨ ਰੋਕ ਲਿਆ ਗਿਆ। ਮਿੱਥੇ ਪ੍ਰੋਗਰਾਮ ਮੁਤਾਬਕ ਸੰਤ ਫਤਿਹ ਸਿੰਘ ਨੇ ਅਗਲੇ ਦਿਨ ਭਾਰਤ ਦੇ ਗਣਰਾਜ ਦਿਵਸ 26 ਜਨਵਰੀ ਤੇ ਆਪਣਾ ਵਰਤ ਸ਼ੁਰੂ ਕਰ ਦਿੱਤਾ। ਕੇਂਦਰ ਸਰਕਾਰ ਵੱਲੋਂ ਜੋ ਐਲਾਨ 25 ਜਨਵਰੀ ਨੂੰ ਹੀ ਕੀਤਾ ਜਾ ਸਕਦਾ ਸੀ, ਉਹ 4 ਦਿਨ ਰੁਕ ਕੇ 29 ਫਰਵਰੀ ਨੂੰ ਕੀਤਾ ਗਿਆ। ਕਾਂਗਰਸੀ ਹਾਕਮਾਂ ਨੂੰ ਸੰਤ ਫਤਿਹ ਸਿੰਘ ਨੂੰ ਆਪਣਾ ਮਰਨ ਵਰਤ ਸ਼ੁਰੂ ਕਰਨ ਤੋਂ ਰੋਕਣ ਨਾਲੋਂ ਉਸ ਵੱਲੋਂ ਮਰਨ ਵਰਤ ਰੱਖ ਕੇ ਮਰਨ ਤੋਂ ਭੱਜ ਨਿਕਲਣ ਵਾਲੀ ਹਾਲਤ ਵੱਧ ਸਿਖਾਉਂਦੀ ਸੀ, ਕਿਉਂਕਿ ਇਸ ਨਾਲ ਅਕਾਲੀ ਲੀਡਰਸ਼ਿਪ ਦੀ ਪੜਤ ਨੂੰ ਹੋਰ ਘੱਟੇ ਰੋਲਿਆ ਜਾਂਦਾ ਸੀ। ਇੰਦਰਾ ਅਵਾਰਡ ਦੇ ਨਾਂ ਨਾਲ ਜਾਣੇ ਜਾਂਦੇ ਇਸ ਐਲਾਨ ਮੁਤਾਬਕ ਚੰਡੀਗੜ੍ਹ ਸ਼ਹਿਰ ਪੰਜਾਬ ਨੂੰ ਦੇਣ ਅਤੇ ਇਸ ਦੇ ਬਦਲੇ ਯੂਟੀ ਪ੍ਰਸ਼ਾਸਨ ਹੇਠਲੇ ਕੁਝ ਪਿੰਡਾਂ ਦੇ ਤੇ ਫਾਜ਼ਿਲਕਾ ਤਹਿਸੀਲ ਦੇ ਕੁਝ ਹਿੱਸੇ ਹਰਿਆਣੇ ਦੀ ਝੋਲੀ ਪਾ ਦੇਣ ਦਾ ਫੈਸਲਾ ਸੁਣਾਇਆ ਗਿਆ। ਇਸ ਨੰਗੇ ਚਿੱਟੇ ਪੱਖਪਾਤੀ ਫੈਸਲੇ ਨੇ ਸਿੱਖ ਜਨਤਾ ਅੰਦਰ ਰੋਸ ਤੇ ਗੁੱਸੇ ਦੀ ਲਹਿਰ ਪੈਦਾ ਕਰ ਦਿੱਤੀ। ਖਾਸ ਕਰਕੇ ਸੰਤ ਫਤਿਹ ਸਿੰਘ ਦੀ ਰਾਜਨੀਤਿਕ ਸੋਚ ਅਤੇ ਲੀਡਰਸ਼ਿਪ ਹੱਥੋਂ ਤਪੇ ਹੋਏ ਸ਼ਹਿਰੀ ਮੱਧ ਵਰਗੀ ਸਿੱਖਾਂ ਨੇ ਕੇਂਦਰ ਸਰਕਾਰ ਦੇ ਇਸ ਫਿਰਕੂ ਰੰਗਤ ਵਾਲੇ ਫੈਸਲੇ ਦੇ ਵਿਰੋਧ ਵਿੱਚ ਥਾਂ ਥਾਂ ਰੋਹ ਭਰੇ ਜਲੂਸ ਕੱਢ ਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ। ਅੰਮ੍ਰਿਤਸਰ ਵਿਖੇ ਗੁੱਸੇ ਨਾਲ ਭਰੇ ਪੀਤੇ ਸਿੱਖ ਨੌਜਵਾਨਾਂ ਦੀ ਇੱਕ ਭੀੜ ਨੇ ਅਕਾਲ ਤਖਤ ਉੱਤੇ ਜਾ ਕੇ ਸੰਤ ਫਤਿਹ ਸਿੰਘ ਨੂੰ ਰੋਹ ਦਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਉਹਨਾਂ ਦੀ ਸ਼੍ਰੋਮਣੀ ਕਮੇਟੀ ਦੇ ਸ਼ਸਤਰਧਾਰੀ ਸੇਵਾਦਾਰਾਂ ਦਾ ਹਿੰਸਕ ਝੜਪ ਉੱਠੀ। ਇਸ ਮੌਕੇ ਸੰਤ ਫਤਿਹ ਸਿੰਘ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਸਨ। ਉਤੇਜਿਤ ਹੋਏ ਸਿੱਖ ਨੌਜਵਾਨਾਂ ਨੇ ਸੰਤ ਫਤਿਹ ਸਿੰਘ ਦੇ ਨਿਵਾਸ ਸਥਾਨ ਉੱਤੇ ਪਥਰਾਓ ਸ਼ੁਰੂ ਕਰ ਦਿੱਤਾ। ਸਿੱਖ ਇਤਿਹਾਸ ਅੰਦਰ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਹਦੂਦ ਦੇ ਅੰਦਰ ਸਿੱਖਾਂ ਦੇ ਕਿਸੇ ਵਰਗ ਵੱਲੋਂ ਸਿੱਖ ਲੀਡਰਸ਼ਿਪ ਵਿਰੁੱਧ ਅਜਿਹੇ ਹਿੰਸਕ ਵਿਰੋਧ ਦੀ ਪਹਿਲੀ ਘਟਨਾ ਸੀ। ਖੈਰ, ਪੰਜਾਬ ਦੇ ਸਾਰੇ ਸ਼ਹਿਰਾਂ ਅੰਦਰ ਹੋ ਰਹੇ ਰੋਹ ਭਰੇ ਦਿਖਾਵਿਆਂ ਦੇ ਬਾਵਜੂਦ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਕੁਝ ਸਲਾਹੁੰਦਿਆਂ ਤੇ ਕੁਝ ਨਿੰਦਦਿਆਂ ਸੰਤ ਫਤਿਹ ਸਿੰਘ ਨੂੰ ਆਪਣਾ ਮਰਨ ਵਰਤ ਅਤੇ ਅਗਨ ਭੇਟ ਹੋਣ ਦਾ ਫੈਸਲਾ ਤਿਆਗ ਦੇਣ ਦੀ ਅਪੀਲ ਕਰ ਦਿੱਤੀ, ਜੋ ਸੰਤ ਜੀ ਨੇ ਖਿੜੇ ਮੱਥੇ ਪ੍ਰਵਾਨ ਕਰ ਲਈ। ਇਸ ਤਰ੍ਹਾਂ 10 ਸਾਲਾਂ ਦੇ ਅਰਸੇ ਅੰਦਰ ਸੰਤ ਫਤਿਹ ਸਿੰਘ ਦੇ ਮਰਨ ਵਰਤ ਦੀ ਕਹਾਣੀ ਦਾ ਤੀਜੀ ਵਾਰ ਇੱਕੋ ਜਿਹਾ ਅੰਤ ਹੋ ਜਾਣ ਨਾਲ ਸਿੱਖ ਕੌਮ ਆਪਣੇ ਆਪ ਨੂੰ ਅਪਮਾਨਿਤ ਹੋਈ ਮਹਿਸੂਸ ਕਰਨ ਲੱਗੀ। ਖਾਲਸਾ ਪੰਥ ਦੀਆਂ ਕੁਰਬਾਨੀਆਂ ਤੇ ਸੂਰਮਗਤੀਆਂ ਦੀਆਂ ਸ਼ਾਨਦਾਰ ਰਵਾਇਤਾਂ ਦੀ ਤੁਲਨਾ ਵਿੱਚ ਅਕਾਲੀ ਲੀਡਰਸ਼ਿਪ ਦੁਆਰਾ ਵਾਰ-ਵਾਰ ਦਿਖਾਈ ਗਈ ਬੁਜ਼ਦਿਲੀ ਤੇ ਗਿੱਧੀਪੁਣੇ ਨੇ ਸਿੱਖ ਮਾਨਸਿਕਤਾ ਨੂੰ ਜੋ ਗਹਿਰੀ ਚੋਟ ਪਹੁੰਚਾਈ, ਉਸਨੇ ਹੋਰ 10 ਸਾਲਾਂ ਬਾਅਦ ਜਾ ਕੇ ਖਾੜਕੂ ਭਾਰ ਦੇ ਰੂਪ ਵਿੱਚ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ। ਸਿਰਲੇਖ ਅਕਾਲੀ ਦਲ ਨੂੰ ਵਿਰਾਸਤੀ ਝਟਕਾ। ਮਾਰਚ 1972 ਵਿੱਚ ਪੰਜਾਬ ਵਿਧਾਨ ਸਭਾ ਦੀ ਚੋਣ ਅੰਦਰ ਅਕਾਲੀ ਦਲ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ। 1969 ਵਿੱਚ ਇਸ ਦੇ 43 ਮੈਂਬਰਾਂ ਦੇ ਮੁਕਾਬਲੇ 1972 ਵਿੱਚ ਅਸੈਂਬਲੀ ਅੰਦਰ ਸਿਰਫ 24 ਮੈਂਬਰ ਹੀ ਅੱਪੜ ਸਕੇ। ਅਕਾਲੀ ਦਲ ਦੀ ਇਸ ਹਾਰ ਦਾ ਸਭ ਤੋਂ ਵੱਡਾ ਕਾਰਨ ਬੰਗਲਾਦੇਸ਼ ਦੀ ਜਿੱਤ ਸਦਕਾ ਹਿੰਦੂ ਜਨਤਾ ਦਾ ਭਾਰੂ ਰੂਪ ਵਿੱਚ ਇੰਦਰਾ ਗਾਂਧੀ ਦੇ ਪੱਖ ਵਿੱਚ ਉੱਲਰ ਪੈਣਾ ਸੀ। ਜਨਸੰਘ ਨਾਲ ਜੋ ਚੋਣ ਗੱਠਜੋੜ ਕਰਨ ਨਾਲ ਅਕਾਲੀ ਦਲ ਨੂੰ ਜੋ ਥੋੜੀ ਬਹੁਤੀ ਹਿੰਦੂ ਵੋਟ ਪੈ ਸਕਦੀ ਸੀ, ਗੱਠਜੋੜ ਦੇ ਟੁੱਟ ਜਾਣ ਕਰਕੇ ਉਹ ਵੋਟ ਵੀ ਜਾਂਦੀ ਰਹੀ। ਪਰ ਬੰਗਲਾਦੇਸ਼ ਦੀ ਜਿੱਤ ਨੇ ਜਨਸੰਘ ਦੇ ਪੈਰਾਂ ਹੇਠੋਂ ਇਸ ਕਦਰ ਜ਼ਮੀਨ ਖਿਸਕਾ ਦਿੱਤੀ ਕਿ ਉਸ ਦਾ ਇੱਕ ਵੀ ਉਮੀਦਵਾਰ ਜੇਤੂ ਨਾ ਹੋ ਸਕਿਆ। ਵੈਸੇ ਅਕਾਲੀ ਦਲ ਦੇ ਆਪਣੇ ਵੋਟ ਆਧਾਰ ਨੂੰ ਕੋਈ ਵੱਡਾ ਖੋਰਾ ਨਹੀਂ ਸੀ ਪਿਆ। 1969 ਵਿੱਚ ਉਸ ਨੂੰ ਕੁੱਲ
29.59% ਵੋਟਾਂ ਪਈਆਂ ਸਨ, ਜਿਸ ਵਿੱਚ ਜਨਸੰਘ ਦਾ ਤਗੜਾ ਯੋਗਦਾਨ ਸੀ, ਕਿਉਂਕਿ 1969 ਵਿੱਚ ਹਿੰਦੂ ਜਨਤਾ ਇੰਦਰਾ ਗਾਂਧੀ ਦਾ ਲੜ ਛੱਡ ਕੇ ਵੱਡੀ ਪੱਧਰ ਤੇ ਜਨਸੰਘ ਵੱਲ ਝੁਕ ਗਈ ਸੀ। ਪੰਜਾਬੀ ਸੂਬੇ ਦੀ ਸਥਾਪਨਾ ਤੋਂ ਬਾਅਦ ਅਕਾਲੀ ਦਲ ਦੀ ਨਿਰੋਲ ਆਪਣੀ ਪੱਕੀ ਵੋਟ 25% ਦੇ ਇੱਧਰ ਉੱਧਰ ਹੀ ਸੀ। 1972 ਵਿੱਚ ਇਹ ਨਿਰੋਲ ਆਪਣੇ ਬਲਬੂਤੇ ਤੇ 27.65% ਦੀ ਵੋਟ ਹਾਸਲ ਕਰਨ ਵਿੱਚ ਕਾਮਯਾਬ ਰਿਹਾ ਸੀ। ਕਾਂਗਰਸ ਆਪਣੇ ਪੱਖ ਵਿੱਚ ਉਲਰੀ ਹਿੰਦੂ ਵੋਟ ਦਾ ਅਤੇ ਨਾਲ ਹੀ ਨਾਲ ਅਕਾਲੀ ਦਲ ਅਤੇ ਜਨਸੰਘ ਦੀ ਫੁੱਟ ਅਤੇ CPI ਨਾਲ ਆਪਣੇ ਚੋਣ ਸਮਝੌਤੇ ਦਾ ਫਾਇਦਾ ਉਠਾ ਕੇ 42.84% ਦੀ ਵੋਟਾਂ ਨਾਲ ਕੁੱਲ 66 ਸੀਟਾਂ ਜਿੱਤਣ ਵਿੱਚ ਸਫਲ ਹੋ ਗਈ ਸੀ। ਪੰਜਾਬੀ ਸੂਬੇ ਦੀ ਸਥਾਪਨਾ ਤੋਂ ਬਾਅਦ ਭਾਰੂ ਸਿੱਖ ਵਸੋਂ ਵਾਲੇ ਪੰਜਾਬ ਰਾਜ ਅੰਦਰ ਇਹ ਅਕਾਲੀ ਦਲ ਨੂੰ ਕਾਂਗਰਸ ਦੇ ਹੱਥੋਂ ਮਿਲੀ ਪਹਿਲੀ ਰਾਜਸੀ ਪਛਾੜ ਸੀ। ਇਸ ਨਾਲ ਅਕਾਲੀ ਲੀਡਰਸ਼ਿਪ ਤੇ ਇਸ ਦੀਆਂ ਸਫਾਂ ਅੰਦਰ ਭਾਰੂ ਸਿੱਖ ਵਸੋਂ ਵਾਲੇ ਪੰਜਾਬ ਰਾਜ ਅੰਦਰ ਹਿੰਦੂ ਵੋਟ ਸ਼ਕਤੀ ਦੀ ਧਾਕ ਜੰਮ ਗਈ ਸੀ, ਜਿਸ ਨਾਲ ਅਕਾਲੀ ਦਲ ਅੰਦਰ ਜਨਸੰਘ ਦੇ ਜ਼ਰੀਏ ਹਿੰਦੂ ਵਰਗ ਨੂੰ ਰਿਝਾਉਣ ਦੀ ਰੁਚੀ ਨੂੰ ਵੱਡਾ ਬਲ ਅਤੇ ਉਗਾਸਾ ਮਿਲ ਗਿਆ। 17 ਮਾਰਚ 1972 ਨੂੰ ਗਿਆਨੀ ਜੈਲ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਨੇ ਕਾਰਜਭਾਰ ਸੰਭਾਲ ਲਿਆ। ਭਾਰੂ ਸਿੱਖ ਵਸੋਂ ਵਾਲੇ ਰਾਜ ਅਤੇ ਜੱਟ ਵਰਗ ਦੀ ਸਰਦਾਰੀ ਵਾਲੇ ਸਮਾਜ ਅੰਦਰ ਇੱਕ ਕਾਂਗਰਸੀ ਤੇ ਗੈਰ ਜੱਟ ਸਿੱਖ ਰਾਮਗੜੀਆ ਵੱਲੋਂ ਚੋਣਾਂ ਅੰਦਰ ਜੇਤੂ ਹੋ ਕੇ ਮੁੱਖ ਮੰਤਰੀ ਦੇ ਅਹੁਦੇ ਤੇ ਬਿਰਾਜਮਾਨ ਹੋਣ ਦਾ ਇਹ ਪਹਿਲਾ ਮੌਕਾ ਸੀ। ਕਾਂਗਰਸ ਹਾਈ ਕਮਾਂਡ ਵੱਲੋਂ ਗਿਆਨੀ ਜੈਲ ਸਿੰਘ ਦੀ ਮੁੱਖ ਮੰਤਰੀ ਵਜੋਂ ਚੋਣ ਅਤੇ ਇਸ ਦੇ ਪੰਜਾਬ ਦੀ ਰਾਜਨੀਤੀ ਉੱਤੇ ਪਏ ਦੂਰ ਰਸ ਪ੍ਰਭਾਵਾਂ ਦੇ ਜਾਤ ਪਾਤੀ ਜਾਵੀਏ ਦੀ ਅਹਿਮੀਅਤ ਨੂੰ ਕਿਸੇ ਵੀ ਤਰ੍ਹਾਂ ਛੁਟਿਆ ਕੇ ਨਹੀਂ ਦੇਖਿਆ ਜਾ ਸਕਦਾ। ਇਸ ਦਾ ਗੈਰ ਗੰਭੀਰ ਵਿਸ਼ਲੇਸ਼ਣ ਨਾ ਸਿਰਫ ਆਮ ਰੂਪ ਵਿੱਚ ਪੰਜਾਬ ਦੀ ਰਾਜਨੀਤੀ ਨੂੰ ਸਗੋਂ ਖਾਸ ਕਰਕੇ ਅਕਾਲੀ ਰਾਜਨੀਤੀ ਨੂੰ ਸਮਝਣ ਵਿੱਚ ਬੇਹੱਦ ਮਦਦਗਾਰ ਹੋ ਸਕਦਾ ਹੈ। ਇਸ ਕਰਕੇ ਇੱਥੇ ਇਸ ਮਸਲੇ ਬਾਰੇ ਥੋੜ੍ਹਾ ਵਿਸਥਾਰ ਵਿੱਚ ਜਾ ਕੇ ਚਰਚਾ ਕਰਨ ਦੀ ਲੋੜ ਤੋਂ ਬੇਮੁਖ ਨਹੀਂ ਹੋਇਆ ਜਾ ਸਕਦਾ। ਸਿਰਲੇਖ ਜੱਟਵਾਦ ਇੱਕ ਦੀਰਘ ਰੋਗ। ਪੰਜਾਬ ਦੇ ਜੱਟ ਭਾਈਚਾਰੇ ਦੀ ਮੁੱਢ ਜਾਤ ਬਾਰੇ ਕਈ ਤਰ੍ਹਾਂ ਦੀਆਂ ਮਨੌਤਾਂ ਪ੍ਰਚਲਿਤ ਹਨ। ਵੱਧ ਭਾਰੂ ਵਿਚਾਰ ਇਹ ਹੈ ਕਿ ਇਸ ਦੇ ਵੱਡੇ ਵਡੇਰੇ ਮੱਧ ਏਸ਼ੀਆ ਦੇ ਹੂਨ ਤੇ ਸਿਥੀਅਨ ਨਾਂ ਦੇ ਖਾਨਾ ਬਦੋਸ਼ ਕਬੀਲਿਆਂ ਨਾਲ ਤੁਅੱਲਕ ਰੱਖਦੇ ਸਨ, ਜਿਨ੍ਹਾਂ ਨੇ ਇਸ ਖਿੱਤੇ ਅੰਦਰ ਆਰੀਆਈ ਲੋਕਾਂ ਦੀ ਆਮਦ ਤੋਂ ਕਾਫੀ ਚਿਰ ਬਾਅਦ ਨਿਵਾਸ ਕਰਨਾ ਸ਼ੁਰੂ ਕੀਤਾ, ਕਿਉਂਕਿ ਇਹਨਾਂ ਕਬੀਲਿਆਂ ਦਾ ਕੋਈ ਪੱਕਾ ਠਿਕਾਣਾ ਨਹੀਂ ਸੀ ਅਤੇ ਉਹਨਾਂ ਦਾ ਜੀਵਨ ਨਿਰਬਾਹ ਜ਼ਿਆਦਾ ਕਰਕੇ ਮਾਰ ਧਾੜ ਉੱਤੇ ਹੀ ਟਿਕਿਆ ਹੋਇਆ ਸੀ। ਇਸ ਕਰਕੇ ਦਲੇਰੀ ਅਤੇ ਲੜਾਕਾਪਣ ਇਹਨਾਂ ਦੇ ਖੂਨ ਵਿੱਚ ਹੀ ਘੁਲ ਮਿਲ ਗਿਆ ਸੀ। ਉਹਨਾਂ ਦਾ ਨੰਬਰ ਸੰਸਾਰ ਦੇ ਨਾਮੀ ਮੁਹਿੰਮਬਾਜ਼ ਦੇ ਤੇ ਮਾਰਖੋਰੇ ਟੋਲਿਆਂ ਵਿੱਚ ਆਉਂਦਾ ਹੈ। ਸਮਝਿਆ ਜਾਂਦਾ ਹੈ ਕਿ ਉਹਨਾਂ ਨੇ ਉਹਨਾਂ ਤੋਂ ਪਹਿਲਾਂ ਆਬਾਦ ਹੋਏ ਆਰੀਆਈ ਲੋਕਾਂ ਨੂੰ ਖਦੇੜ ਕੇ ਗੰਗਾ ਦੇ ਮੈਦਾਨ ਵੱਲ ਧੱਕ ਦਿੱਤਾ ਅਤੇ ਇਸ ਖਿੱਤੇ ਅੰਦਰ ਪੱਕੇ ਠਿਕਾਣੇ ਮੱਲ ਕੇ ਖੇਤੀ ਦਾ ਧੰਦਾ ਸ਼ੁਰੂ ਕਰ ਦਿੱਤਾ। ਇਸੇ ਵਜ੍ਹਾ ਕਰਕੇ ਗੰਗਾ ਦੇ ਮੈਦਾਨ ਵਿੱਚ ਬ੍ਰਾਹਮਣ ਪੁਜਾਰੀਵਾਦ ਦੇ ਅਸਰ ਹੇਠ ਪੈਦਾ ਹੋਏ ਸੱਭਿਆਚਾਰ ਦਾ ਪੰਜਾਬ ਦੇ ਪੇਂਡੂ ਮਾਲਕ ਕਿਸਾਨ ਉੱਤੇ ਉਹਨਾਂ ਗੂੜਾ ਰੰਗ ਨਹੀਂ ਚੜ੍ਹਿਆ ਜਿੰਨਾ ਪੰਜਾਬੋਂ ਬਾਹਰਲੇ ਹੋਰਨਾਂ ਕਿਸਾਨ ਭਾਈਚਾਰਿਆਂ ਉੱਤੇ ਦੇਖਣ ਨੂੰ ਮਿਲਦਾ ਹੈ। ਪੰਜਾਬੀ ਕਿਸਾਨ ਕਾਫੀ ਹੱਦ ਤੱਕ ਅਤੇ ਕਾਫੀ ਦੇਰ ਤੱਕ ਇਸ ਸੱਭਿਆਚਾਰ ਨਾਲੋਂ ਨਿਖੜਿਆ ਰਿਹਾ। ਕਬਾਇਲੀ ਨਮੂਨੇ ਦੀ ਆਰਥਿਕ ਤੇ ਭਾਈਚਾਰਕ ਬਣਤਰ ਨੇ ਪੰਜਾਬੀ ਪੇਂਡੂ ਕਿਸਾਨ ਭਾਈਚਾਰੇ ਵਿਚਕਾਰ ਭਰਾਤਰੀ ਭਾਵ, ਆਜ਼ਾਦ ਤਬੀਅਤ ਅਤੇ ਬਰਾਬਰੀ ਦੀ ਜੋ ਸਪੇਟ ਭਰ ਦਿੱਤੀ, ਉਹ ਪੰਜਾਬ ਜੱਟ ਕਿਸਾਨ ਦੇ ਆਚਾਰ ਦਾ ਉਗੜਵਾਂ ਲੱਛਣ ਹੋ ਗੁਜ਼ਰੀ ਹੈ। ਉਸ ਦੇ ਸੁਭਾਅ ਤੇ ਆਚਰਣ ਦਾ ਦੂਜਾ ਅਹਿਮ ਲੱਛਣ ਸ਼ਖਸੀਅਤ ਪ੍ਰਸਤੀ ਹੈ, ਅਰਥਾਤ ਉਹ ਹੱਦ ਦਰਜੇ ਦਾ ਵਿਅਕਤੀਵਾਦੀ ਹੈ। ਆਮ ਤੌਰ ਤੇ ਜੱਟ ਉਹੀਓ ਕੁਝ ਕਰਦਾ ਹੈ ਜੋ ਉਸ ਨੂੰ ਆਪ ਨੂੰ ਚੰਗਾ ਲੱਗਦਾ ਹੈ। ਇਸ ਦੇ ਹੋਰਨਾਂ ਦੀ ਜ਼ਿੰਦਗੀ ਉੱਤੇ ਪੈਣ ਵਾਲੇ ਪ੍ਰਭਾਵਾਂ ਦੀ ਉਸ ਨੂੰ ਬਹੁਤੀ ਪਰਵਾਹ ਨਹੀਂ ਹੁੰਦੀ, ਨਾ ਉਹ ਇਸ ਵਿੱਚ ਕਿਸੇ ਦਾ ਦਖਲ ਸਹਿਣ ਕਰਦਾ ਹੈ। ਉਸ ਵਿੱਚ ਭਰਪੂਰ ਸਵੈ ਭਰੋਸਾ
ਜੋ ਅਕਸਰ ਘਮੰਡ ਦਾ ਰੂਪ ਧਾਰਨ ਕਰ ਲੈਂਦਾ ਹੈ, ਕਮਾਲ ਦਾ ਉਦਮ ਅਤੇ ਲੋੜੇ ਦੀ ਪਹਿਲ ਕਦਮੀ ਹੈ। ਸੋ ਜਿੱਥੇ ਲੀਡਰਾਂ ਦੀ ਅਗਵਾਈ ਉਡੀਕੇ ਬਿਨਾ ਵਿਅਕਤੀਗਤ ਪਹਿਲ ਕਦਮੀ ਤੇ ਉਦਮ ਦੀ ਲੋੜ ਹੈ, ਉੱਥੇ ਉਹ ਪੂਰਾ ਕਾਮਯਾਬ ਹੈ। ਪਰ ਜਿੱਥੇ ਕਾਮਯਾਬੀ ਲਈ ਚਿੰਤਨ ਅਤੇ ਜਥੇਬੰਦੀ ਦੀ ਲੋੜ ਪਈ ਤਾਂ ਉਹ ਅਕਸਰ ਫੇਲ ਹੋਇਆ। ਸਿਵਾਏ ਅਜਿਹੇ ਮੌਕਿਆਂ ਦੇ ਜਦ ਕਿਸੇ ਨਾਮਵਰ ਸ਼ਖਸੀਅਤ ਨੇ ਜਾਂ ਸਾਂਝੇ ਆਦਰਸ਼ ਨੇ ਤੇ ਨਿਸ਼ਚਾ ਨੇ ਜਾਂ ਸਾਂਝੇ ਖਤਰੇ ਨੇ ਉਸ ਨੂੰ ਜਥੇਬੰਦ ਹੋਣ ਲਈ ਪ੍ਰੇਰਿਤ ਕਰਨ ਵਿੱਚ ਸਫਲਤਾ ਹਾਸਲ ਕਰ ਲਈ। ਜੱਟ ਕਿਸਾਨ ਅੰਦਰ ਰਾਜਕਾਜ ਦੇ ਕੰਮ ਨਾਲੋਂ ਖੇਤੀਬਾੜੀ ਦੇ ਕੰਮਾਂ ਵੱਲ ਰੁਚੀ ਵਧੇਰੇ ਹੈ। ਉਸ ਨੂੰ ਰਾਜਕਾਜ ਦਾ ਉਹਨਾਂ ਵੱਲ ਤੇ ਤਜਰਬਾ ਨਹੀਂ ਜਿੰਨਾ ਖੇਤੀ ਦਾ ਹੈ। ਇਸੇ ਕਰਕੇ ਜਿੱਥੇ ਵੀ ਅਤੇ ਜਦੋਂ ਵੀ ਉਸਨੇ ਆਪਣੀ ਫਿਤਰਤ ਦੇ ਮਗਰ ਲੱਗ ਕੇ ਰਾਜ ਕਰਨ ਦਾ ਯਤਨ ਕੀਤਾ ਤਾਂ ਉਹ ਅਕਸਰ ਫੇਲ ਹੋਇਆ ਹੈ। ਜਾਤ ਪਾਤ ਦੇ ਨਜ਼ਰੀਏ ਤੋਂ ਪੰਜਾਬ ਦਾ ਜੱਟ ਕਿਸਾਨ ਕਿਸੇ ਵੀ ਹੋਰ ਜਾਤੀ ਨੂੰ ਆਪਣੇ ਨਾਲੋਂ ਉੱਚਾ ਨਹੀਂ ਸਮਝਦਾ। ਉਸ ਵਿੱਚ ਸਾਰਿਆਂ ਨੂੰ ਟਿੱਚ ਕਰਕੇ ਜਾਣਨ ਦੀ ਭਾਵਨਾ ਤੇ ਰੁਚੀ ਬਹੁਤ ਬਲਵਾਨ ਹੈ। ਉਸ ਵਿੱਚ ਹਿੰਦੁਸਤਾਨ ਦੀਆਂ ਹੋਰਨਾਂ ਗੈਰ ਬ੍ਰਾਹਮਣੀ ਜਾਂ ਗੈਰ ਸਵਰਨ ਜਾਤੀਆਂ ਵਾਂਗ ਅਹਿਸਾਸੇ ਕਮਤਰੀ ਪੈਦਾ ਨਹੀਂ ਹੋਇਆ, ਸਗੋਂ ਉਹ ਆਪਣੇ ਆਪ ਨੂੰ ਹੋਰਨਾਂ ਨਾਲੋਂ ਉੱਤਮ ਸਮਝਣ ਦਾ ਗੁਮਾਨ ਪਾਲਦਾ ਹੈ। ਜਦੋਂ ਆਰਥਿਕ ਤੌਰ ਤੇ ਪੈਰਾਂ ਸਿਰ ਹੁੰਦਾ ਹੈ ਤਾਂ ਉਸ ਦੀ ਇਹ ਭਾਵਨਾ ਸੱਤ ਸਮਾਨੀ ਚੜ੍ਹ ਜਾਂਦੀ ਹੈ। ਫਿਰ ਉਹ ਆਪਣੇ ਦਾਣਿਆਂ ਦੇ ਬੋਹਲ ਤੇ ਖੜ ਕੇ ਕੋਲੋਂ ਦੀ ਲੰਘ ਰਹੇ ਹਾਥੀ ਤੇ ਸਵਾਰ ਰਾਜੇ ਨੂੰ ਵੀ ਕਤੂਰੇ ਦਾ ਭਾਅ ਪੁੱਛਣ ਤੋਂ ਗੁਰੇਜ਼ ਨਹੀਂ ਕਰਦਾ। ਮੁੱਢ ਕਦੀਮ ਤੋਂ ਹੀ ਪੰਜਾਬੀ ਜੱਟ ਕਿਸਾਨ ਦੀ ਜਮਹੂਰੀ ਸਪਿਰਿਟ ਅਰਥਾਤ ਭਰਾਤਰੀ ਭਾਵ ਕੇਵਲ ਆਪਣੇ ਭਾਈਚਾਰੇ ਤੱਕ ਹੀ ਮਹਦੂਦ ਰਿਹਾ ਹੈ। ਖੇਤੀ ਦੇ ਧੰਦੇ ਵਿੱਚ ਮਸਰੂਫ ਹੋਣ ਵੇਲੇ ਤੋਂ ਹੀ ਉਹ ਪਿੰਡ ਦੀਆਂ ਹੋਰਨਾਂ ਜਾਤਾਂ ਨੂੰ ਜ਼ਮੀਨ ਦੀ ਮਾਲਕੀ ਵਿੱਚ ਭਾਈਵਾਲ ਬਣਾਉਣ ਵਾਸਤੇ ਤਿਆਰ ਨਾ ਹੋਇਆ। ਅਜਿਹਾ ਵਿਚਾਰ ਹੀ ਉਸ ਨੂੰ ਅੱਗ ਲਾ ਦਿੰਦਾ ਹੈ। ਇਸ ਇੱਕੋ ਗੱਲ ਵਿੱਚੋਂ ਹੀ ਉਸ ਦੀ ਜਮਹੂਰੀ ਸਪਿਰਿਟ ਅਤੇ ਇਨਸਾਫ ਦੀ ਭਾਵਨਾ ਵਿੱਚ ਮੌਜੂਦ ਕਾਣ ਦੀ ਅਸਲੀਅਤ ਸਾਫ਼ ਉਘੜ ਆਉਂਦੀ। ਜਿੱਥੇ ਇਹ ਗੱਲ ਉਸ ਦੀ ਵਡਿਆਈ ਵਿੱਚ ਜਾਂਦੀ ਹੈ ਕਿ ਉਸਨੇ ਮੁੱਢ ਕਦੀਮ ਤੋਂ ਹੀ ਬ੍ਰਾਹਮਣ ਦੀ ਉਹ ਛੱਟ ਨਹੀਂ ਪਵਾਈ ਅਤੇ ਉਹ ਇਤਿਹਾਸ ਅੰਦਰ ਕਦੇ ਵੀ ਹਿੰਦੂ ਸਮਾਜ ਅੰਦਰਲੀਆਂ ਉੱਚੀਆਂ ਜਾਤਾਂ ਅੱਗੇ ਕੀਰ ਬਣ ਕੇ ਵਸਣ ਲਈ ਤਿਆਰ ਨਹੀਂ ਹੋਇਆ। ਉੱਥੇ ਉਸ ਦੀ ਇਹ ਵਡੇਤਣ ਨੂੰ ਨਕਾਰਦਾ ਪੱਖ ਇਹ ਹੈ ਕਿ ਮਨੂਵਾਦ ਦੇ ਅਸਰ ਹੇਠ ਉਸ ਅੰਦਰ ਪਿੰਡ ਦੀਆਂ ਪਛੜੀਆਂ ਤੇ ਨੀਵੀਆਂ ਸਮਝੀਆਂ ਜਾਂਦੀਆਂ ਜਾਤਾਂ ਪ੍ਰਤੀ ਬਦਗੁਮਾਨੀ ਪੈਦਾ ਹੋ ਗਈ ਅਤੇ ਉਹ ਹਿੰਦੂ ਸਮਾਜ ਅੰਦਰਲੀਆਂ ਸਵਰਨ ਜਾਤੀਆਂ ਦੀ ਰੀਸੇ ਹੀ ਉਹਨਾਂ ਨੂੰ ਆਪਣੇ ਨਾਲੋਂ ਨੀਵੀਆਂ ਤੇ ਨੀਚ ਸਮਝਣ ਲੱਗ ਪਿਆ। ਜੱਟ ਕਿਸਾਨ ਅੰਦਰ ਮੌਜੂਦ ਬਰਾਬਰੀ, ਭਰਾਤਰੀ ਭਾਵ ਅਤੇ ਲੜਾਕੂ ਪੁਣੇ ਦਾ ਜਜ਼ਬਾ ਹੀ ਪਹਿਲਾਂ ਪਹਿਲ ਉਸ ਨੂੰ ਸਿੱਖ ਲਹਿਰ ਵੱਲ ਪ੍ਰੇਰਿਤ ਕਰਨ ਵਾਲਾ ਭਾਰੂ ਤੱਤ ਬਣਿਆ। ਸਿੱਖ ਵਿਚਾਰਧਾਰਾ ਨੇ ਸਿੱਖ ਲਹਿਰ ਦੀ ਚੜ੍ਹਤ ਦੇ ਸ਼ੁਰੂਆਤੀ ਦੌਰ ਅੰਦਰ ਪੰਜਾਬ ਦੇ ਜੱਟ ਭਾਈਚਾਰੇ ਅੰਦਰ ਬਰਾਬਰੀ ਤੇ ਭਰਾਤਰੀ ਭਾਵ ਦੇ ਆਦਰਸ਼ ਨੂੰ ਤਕੜਾ ਹੁਲਾਰਾ ਬਖਸ਼ਿਆ। ਪਰ ਇਹ ਥੋੜ੍ਹ ਚਿਰਾ ਹੀ ਸਾਬਤ ਹੋਇਆ। ਇਸ ਦਾ ਅਸਰ ਜ਼ਿਆਦਾ ਚਿਰ ਕਾਇਮ ਨਾ ਰਹਿ ਸਕਿਆ। ਵੱਡਾ ਕਾਰਨ ਇਹ ਹੈ ਕਿ ਸਿੱਖ ਲਹਿਰ ਦੇ ਆਦਰਸ਼ਾਂ ਦਾ ਜੱਟ ਕਿਸਾਨੀ ਦੇ ਆਰਥਿਕ ਹਿੱਤਾਂ ਤੇ ਸਮਾਜੀ ਸੁਭਾਅ ਨਾਲ ਬਰ ਨਹੀਂ ਸੀ ਮਿਚਦਾ, ਕਿਉਂਕਿ ਸਿੱਖ ਲਹਿਰ ਦੇ ਬਰਾਬਰੀ ਤੇ ਭਰਾਤਰੀ ਭਾਵ ਦੇ ਆਦਰਸ਼ਾਂ ਨੂੰ ਅਮਲ ਅੰਦਰ ਸਾਕਾਰ ਕਰਨ ਲਈ ਜੱਟ ਕਿਸਾਨ ਪਿੰਡ ਦੀਆਂ ਹੋਰਨਾਂ ਦੱਬੀਆਂ ਕੁਚਲੀਆਂ ਜਾਤਾਂ ਨਾਲ ਹੋਣੀ ਦੀ ਸਾਂਝ ਪਾਉਣ ਲਈ ਤਿਆਰ ਨਹੀਂ ਸੀ। ਉਹ ਉਹਨਾਂ ਨਾਲ ਆਰਥਿਕ ਖੇਤਰ ਅੰਦਰ ਜ਼ਮੀਨ ਵੰਡਾਉਣ ਤੇ ਸਮਾਜੀ ਖੇਤਰ ਅੰਦਰ ਉਹਨਾਂ ਨੂੰ ਆਪਣੇ ਬਰਾਬਰ ਦਾ ਰੁਤਬਾ ਦੇਣ ਲਈ ਰਾਜੀ ਨਹੀਂ ਸੀ। ਇਸ ਕਰਕੇ ਸਿੱਖ ਲਹਿਰ ਦੀ ਜਮਹੂਰੀ ਸਪਿਰਿਟ ਤੇ ਇਸ ਦਾ ਇਨਕਲਾਬੀ ਜੋਸ਼ ਜੱਟ ਕਿਸਾਨੀ ਦੇ ਆਰਥਿਕ ਹਿੱਤਾਂ ਤੇ ਸਮਾਜੀ ਸੁਭਾਅ ਨਾਲ ਟਕਰਾ ਕੇ ਮੱਠਾ ਪੈਣਾ ਸ਼ੁਰੂ ਹੋ ਗਿਆ। ਜਿੰਨਾ ਚਿਰ ਸਿੱਖ ਲਹਿਰ ਦੀ ਹਕੂਮਤ ਨਾਲ ਟੱਕਰ ਰਹੀ ਉਨਾ ਚਿਰ ਇਸ ਵਿੱਚ ਆਦਰਸ਼ਕ ਜਾਨ ਕਾਇਮ ਰਹੀ, ਪਰ ਹਕੂਮਤ ਉੱਤੇ ਭਾਰੂ ਹੁੰਦੇ ਸਾਰ ਹੀ ਇਸ ਦਾ ਇਨਕਲਾਬੀ ਤੱਤ ਕਮਜ਼ੋਰ ਪੈਣਾ ਸ਼ੁਰੂ ਹੋ ਗਿਆ ਅਤੇ ਤਾਕਤ ਦੇ ਵਾਧੇ ਨਾਲ ਇਸ ਦੇ ਇੱਕਦਮ ਉਲਟਾ ਖਾਸਾ ਗ੍ਰਹਿਣ ਕਰਨਾ ਸ਼ੁਰੂ ਕਰ ਦਿੱਤਾ।
ਕੁਝ ਚਿਰ ਬਾਅਦ ਭਾਈ ਸਰਦਾਰ ਬਣਨੇ ਸ਼ੁਰੂ ਹੋ ਗਏ। ਜੱਟਾਂ ਦਾ ਸਮਾਜਿਕ ਰੁਤਬਾ ਉੱਚਾ ਹੋ ਗਿਆ। ਸੱਤਾਵਾਨ ਹੋਣ ਨਾਲ ਉਸ ਦੀ ਆਰਥਿਕ ਪੋਜੀਸ਼ਨ ਤਕੜੀ ਹੋਣ ਲੱਗੀ। ਪਿੰਡ ਦੀਆਂ ਦੂਸਰੀਆਂ ਜ਼ਮੀਨ ਜਾਇਦਾਦੋਂ ਸਖਣੀਆਂ ਜਾਤੀਆਂ ਉਵੇਂ ਦੀਆਂ ਉਵੇਂ ਰਹਿ ਗਈਆਂ। ਸਮਾਜ ਅੰਦਰ ਕਾਣੀ ਵੰਡ ਜਿਉਂ ਦੀ ਤਿਉਂ ਰਹੀ। ਮਿਸਲਾਂ ਦੇ ਮਗਰਲੇ ਦੌਰ ਤੇ ਉਸ ਤੋਂ ਬਾਅਦ ਦੇ ਅਮਲ ਨੇ ਇਸ ਧਾਰਨਾ ਦੀ ਜਜ਼ਵੀਂ ਪੁਸ਼ਟੀ ਕਰ ਦਿੱਤੀ ਕਿ ਅਜਿਹੇ ਆਦਰਸ਼ ਜੋ ਕਿਸੇ ਵਰਗ ਦੇ ਆਰਥਿਕ ਹਿੱਤਾਂ ਅਤੇ ਸਮਾਜੀ ਦਰਜੇ ਦੇ ਅਨੁਕੂਲ ਨਾ ਹੋਣ, ਉਹ ਸਮਾਂ ਪੈਣ ਨਾਲ ਦਬ ਮਿਟ ਜਾਂਦੇ ਹਨ। ਜਦ ਆਰਥਿਕ ਅਤੇ ਸਮਾਜੀ ਬਣਤਰ ਆਦਰਸ਼ਵਾਦ ਦੇ ਅਨੁਕੂਲ ਨਾ ਹੋਵੇ ਤਾਂ ਅਜਿਹਾ ਆਦਰਸ਼ਵਾਦ ਬਹੁਤਾ ਟਿਕਾਊ ਸਾਬਤ ਨਹੀਂ ਹੁੰਦਾ। ਕੁਝ ਗਿਣਵੇਂ ਚੁਣਵੇਂ ਵਿਅਕਤੀਆਂ ਨੂੰ ਛੱਡ ਕੇ ਆਮ ਜਨਤਾ ਵਾਸਤੇ ਉਹ ਕੁਝ ਦੇਰ ਪਿੱਛੋਂ ਉਨੇ ਸਾਰਥਕ ਨਹੀਂ ਰਹਿ ਜਾਂਦੇ। ਇਸ ਤਰ੍ਹਾਂ ਜੱਟ ਕਿਸਾਨ ਦੇ ਆਰਥਿਕ ਹਿੱਤ ਤੇ ਉਸ ਦੀਆਂ ਜਾਤ ਪਾਤੀ ਭਾਵਨਾਵਾਂ ਹੌਲੀ ਹੌਲੀ ਸਿੱਖ ਧਰਮ ਦੀ ਇਨਕਲਾਬੀ ਰੂਹ ਉੱਤੇ ਹਾਵੀ ਹੋ ਤੁਰੀਆਂ ਅਤੇ ਇਸ ਦੀ ਮੌਲਿਕ ਆਭਾ ਬਰਕਰਾਰ ਰੱਖਣੀ ਮੁਸ਼ਕਲ ਬਣ ਗਈ। ਫਿਰ ਵੀ ਸਿੱਖ ਧਰਮ ਪੰਜਾਬ ਅੰਦਰ ਜਾਤ ਪਾਤੀ ਪ੍ਰਬੰਧ ਦਾ ਪੂਰੀ ਤਰ੍ਹਾਂ ਖਾਤਮਾ ਕਰਨ ਵਿੱਚ ਭਲੇ ਹੀ ਕਾਮਯਾਬ ਨਾ ਹੋ ਸਕਿਆ ਹੋਵੇ, ਪਰ ਇਸ ਦੇ ਪੈਦਾ ਕੀਤੇ ਮਾਹੌਲ ਨੇ ਪੰਜਾਬ ਅੰਦਰ ਜਾਤ-ਪਾਤ ਪ੍ਰਣਾਲੀ ਦੇ ਕਾਫੀ ਕਿੰਗਰੇ ਭੋਰ ਦਿੱਤੇ। ਭਾਰਤ ਦੇ ਹੋਰਨਾਂ ਭਾਗਾਂ ਦੀ ਤੁਲਨਾ ਵਿੱਚ ਇਸ ਦੀ ਮਾਰ ਅਤੇ ਜਕੜ ਵਾਹਵਾ ਹੱਦ ਤੱਕ ਢਹਿਲੀ ਪੈ ਗਈ। ਸੋ ਦੇਖਿਆ ਜਾਵੇ ਤਾਂ ਪੰਜਾਬ ਦੇ ਜੱਟ ਭਾਈਚਾਰੇ ਅੰਦਰ ਪਿੰਡ ਦੀਆਂ ਹੋਰਨਾਂ ਜਾਤੀਆਂ ਨਾਲ ਬਰਾਬਰੀ ਦੀ ਪੱਧਰ ਤੇ ਵਿਹਾਰ ਕਰਨ ਅਤੇ ਉਹਨਾਂ ਨੂੰ ਆਪਣੇ ਨਾਲ ਲੈ ਕੇ ਚੱਲਣ ਦੀ ਰੁਚੀ ਅਤੇ ਸਮਰੱਥਾ ਬਹੁਤ ਹੀ ਕਮਜ਼ੋਰ ਹੈ। ਆਪਣੇ ਰੋਜ਼ਮਰਾ ਵਿਹਾਰ ਅੰਦਰ ਉਹ ਨੀਵੀਆਂ ਪਛੜੀਆਂ ਸਮਝੀਆਂ ਜਾਂਦੀਆਂ ਜਾਤੀਆਂ ਨੂੰ ਆਪਣੇ ਤੋਂ ਨਿਰੰਤਰ ਦੂਰ ਰੱਖਦਾ ਅਤੇ ਪਰਾਂ ਧੱਕਦਾ ਹੈ। ਉਸ ਦਾ ਇਹ ਵਿਹਾਰ ਅਤੇ ਵਤੀਰਾ ਦੂਸਰੀਆਂ ਜਾਤੀਆਂ ਅੰਦਰ ਉਸ ਪ੍ਰਤੀ ਲੁਕਵੀਂ ਨਫ਼ਰਤ ਤੇ ਨਾਪਸੰਦਗੀ ਦੇ ਭਾਵ ਪੈਦਾ ਕਰਦਾ ਹੈ ਅਤੇ ਉਹਨਾਂ ਨੂੰ ਜੱਟ ਵਰਗ ਦੀ ਤਕੜਾਈ ਅਤੇ ਚੜ੍ਹਤ ਚੋਂ ਆਪਣੇ ਲਈ ਹੋਰ ਵੱਧ ਬੁਰੇ ਦਿਨਾਂ ਦਾ ਆਭਾਸ ਹੋਣ ਲੱਗਦਾ ਹੈ। ਹਰੇ ਇਨਕਲਾਬ ਦੀ ਆਮਦ ਅਤੇ ਇਸ ਨਾਲ ਜੱਟਵਾਦ ਦੀ ਆਰਥਿਕ ਦਸ਼ਾ ਤੇ ਰਾਜਸੀ ਤਾਕਤ ਵਿੱਚ ਹੋਏ ਚੋਖੇ ਵਾਧੇ ਨੇ ਪਿੰਡਾਂ ਦੀਆਂ ਹੋਰਨਾਂ ਜਾਤੀਆਂ ਦੇ ਮਨਾਂ ਅੰਦਰ ਕੁਝ ਅਣਜਾਣੇ ਭੈ ਅਤੇ ਤੌਖਲੇ ਪੈਦਾ ਕਰ ਦਿੱਤੇ। ਜੱਟ ਭਾਈਚਾਰੇ ਦੇ ਹੱਥ ਵਿੱਚ ਰਾਜਸੀ ਤਾਕਤ ਆਉਣ ਨਾਲ ਉਹਨਾਂ ਨੂੰ ਉਸ ਦੀ ਜਾਤ ਹੰਕਾਰੀ ਭਾਵਨਾ ਦੇ ਹੋਰ ਵੀ ਅਸਮਾਨੀ ਚੜ੍ਹ ਜਾਣ ਅਤੇ ਦੂਸਰੀਆਂ ਜਾਤਾਂ ਨਾਲ ਹੋਰ ਵੱਧ ਬਦਤਮੀਜ਼ੀ ਨਾਲ ਪੇਸ਼ ਆਉਣ ਦੇ ਡਰ ਅਤੇ ਸੰਸ਼ਿਆਂ ਨੇ ਦਬੋਚ ਲਿਆ। ਕਿਉਂਕਿ ਖੇਤਰ ਆਰਥਿਕ ਹੋਵੇ ਜਾਂ ਸਮਾਜੀ ਅਤੇ ਜਾਂ ਫਿਰ ਰਾਜਸੀ, ਜੱਟ ਵਰਗ ਹੋਰਨਾਂ ਜਾਤੀਆਂ ਨੂੰ ਸਹਿਭਾਗੀ ਬਣਾਉਣ ਦਾ ਕੌੜਾ ਅੱਕ ਕਤਈ ਤੌਰ ਤੇ ਨਹੀਂ ਚੱਬ ਸਕਦਾ। ਜਿਵੇਂ ਆਰਥਿਕ ਪੱਧਰ ਤੇ ਉਹ ਉਹਨਾਂ ਨੂੰ ਜ਼ਮੀਨ ਦੀ ਮਾਲਕੀ 'ਚ ਬਰਾਬਰ ਦੇ ਭਿਆਲ ਬਣਾਉਣ ਦੀ ਥਾਂ ਸੇਪੀ ਸੀਰੀ ਬਣਾ ਕੇ ਆਪਣੀ ਆਰਥਿਕ ਗੱਡੀ ਨੂੰ ਰੇੜੇ ਪਾਈ ਰੱਖਣ ਦੀ ਰੁਚੀ ਰੱਖਦਾ ਹੈ, ਉਵੇਂ ਹੀ ਉਹ ਉਹਨਾਂ ਨੂੰ ਸੱਤਾ ਦੇ ਢਾਂਚੇ ਅੰਦਰ ਬਰਾਬਰ ਦਾ ਹਿੱਸਾ ਤੇ ਰੁਤਬਾ ਦੇਣ ਦੀ ਥਾਂ ਕੁਝ ਅਹੁਦਿਆਂ ਤੇ ਪਦਵੀਆਂ ਦੀ ਵੱਡੀ ਦੇ ਕੇ ਵਰਚਾਉਣ ਦੀ ਧਾਰਨਾ ਪਾਲ ਕੇ ਚੱਲਦਾ ਹੈ। ਪਿੰਡ ਦੀਆਂ ਹੋਰਨਾਂ ਜਾਤੀਆਂ ਅੰਦਰ ਅਕਾਲੀ ਦਲ ਨੂੰ ਭਾਰੂ ਰੂਪ ਵਿੱਚ ਜੱਟ ਕਿਸਾਨਾਂ ਦੀ ਪਾਰਟੀ ਵਜੋਂ ਦੇਖਣ ਦੀ ਸੋਚ ਅਤੇ ਭਾਵਨਾ ਪਹਿਲਾਂ ਹੀ ਕਾਫੀ ਪ੍ਰਬਲ ਸੀ। ਸੰਤ ਫਤਿਹ ਸਿੰਘ ਦੁਆਰਾ ਮਾਸਟਰ ਤਾਰਾ ਸਿੰਘ ਨੂੰ ਲਾਂਭੇ ਕਰਕੇ ਅਕਾਲੀ ਦਲ ਅਤੇ ਰਾਜਨੀਤੀ ਉੱਤੇ ਆਪਣੀ ਚੌਧਰ ਜਮਾ ਲੈਣ ਅਤੇ ਇਸ ਤਰ੍ਹਾਂ ਅਕਾਲੀ ਦਲ ਦੇ ਇਤਿਹਾਸ ਅੰਦਰ ਪਹਿਲੀ ਵਾਰ ਸ਼ਹਿਰੀ ਮੱਧ ਵਰਗੀ ਸਿੱਖ ਤਬਕੇ ਨੂੰ ਅਕਾਲੀ ਰਾਜਨੀਤੀ ਅੰਦਰ ਪੂਰੀ ਤਰ੍ਹਾਂ ਨੁਕਰੇ ਲਾ ਕੇ ਇਸ ਉੱਤੇ ਜੱਟ ਕਿਸਾਨ ਵਰਗ ਦੀ ਮੁਕੰਮਲ ਸਰਦਾਰੀ ਸਥਾਪਿਤ ਹੋ ਜਾਣ ਨਾਲ ਪਿੰਡ ਦੀਆਂ ਹੋਰਨਾਂ ਜਾਤੀਆਂ ਅੰਦਰ ਇਹ ਅਹਿਸਾਸ ਹੋਰ ਵੀ ਮਜ਼ਬੂਤ ਹੋ ਉੱਠਿਆ। ਪੰਜਾਬੀ ਸੂਬੇ ਦੀ ਸਥਾਪਨਾ ਤੋਂ ਬਾਅਦ ਪੰਜਾਬ ਅੰਦਰ ਅਕਾਲੀ ਦਲ ਦੇ ਪ੍ਰਮੁੱਖ ਰਾਜਸੀ ਤਾਕਤ ਬਣ ਕੇ ਉੱਭਰ ਆਉਣ ਅਤੇ ਸੱਤਾ ਉੱਤੇ ਆਪਣਾ ਤਕੜਾ ਪ੍ਰਭਾਵ ਅਤੇ ਕੰਟਰੋਲ ਹਾਸਲ ਕਰ ਲੈਣ ਨਾਲ ਪਿੰਡ ਦੀਆਂ ਦੂਸਰੀਆਂ ਜਾਤੀਆਂ ਅੰਦਰ ਬਰਾਬਰ ਦੇ ਹੱਕਾਂ ਤੇ ਮੌਕਿਆਂ ਤੋਂ ਵੰਚਿਤ ਹੋ ਜਾਣ ਦੀ ਭਾਵਨਾ ਜ਼ੋਰ ਫੜ ਗਈ ਅਤੇ ਉਹਨਾਂ ਓਟ ਲਈ ਆਲਾ ਦੁਆਲਾ ਤੱਕਣਾ ਸ਼ੁਰੂ ਕਰ ਦਿੱਤਾ। ਜਦ ਕਿਸੇ ਨਿਤਾਣੇ ਵਰਗ ਨੂੰ ਇਤਿਹਾਸ ਅੰਦਰ ਕਿਸੇ ਜ਼ੋਰਵਾਰ ਧਿਰ ਦੁਆਰਾ ਦਰਕਿਨਾਰ ਕਰ ਦਿੱਤੇ ਜਾਣ ਦਾ ਡਰ ਅਤੇ ਖਤਰਾ ਮਹਿਸੂਸ ਹੁੰਦਾ ਹੈ ਤਾਂ ਇਹ ਹਮੇਸ਼ਾ ਹੀ ਜ਼ਰੂਰੀ ਨਹੀਂ ਹੁੰਦਾ ਕਿ ਉਹ ਆਪਣੀ ਰੱਖਿਆ ਲਈ ਰਾਜਸੀ ਤੌਰ ਤੇ ਜਥੇਬੰਦ ਹੋ ਕੇ
ਜ਼ੋਰਵਾਰ ਧਿਰ ਨਾਲ ਸਿੱਧੀ ਟੱਕਰ ਲਈ ਤਿਆਰ ਹੋ ਜਾਵੇ। ਇਹ ਰਾਹ ਹਮੇਸ਼ਾ ਇੰਨਾ ਸਹਿਲ ਨਹੀਂ ਹੁੰਦਾ, ਬਲਕਿ ਬਹੁਤ ਹੀ ਜੋਖਮ ਭਰਿਆ ਹੁੰਦਾ ਹੈ। ਇਸ ਦੀ ਤੁਲਨਾ ਵਿੱਚ ਅਜਿਹੀ ਸਥਿਤੀ ਵਿੱਚ ਘਿਰੇ ਵਰਗ ਲਈ ਸਵੈ ਰੱਖਿਆ ਦਾ ਇੱਕ ਵਧੇਰੇ ਸੁਰੱਖਿਅਤ ਅਤੇ ਵੱਧ ਕਾਰਗਰ ਢੰਗ ਇਹ ਹੁੰਦਾ ਹੈ ਕਿ ਉਹ ਆਪਣੇ ਵੱਖਰੇ ਅਧਿਆਤਮਕ ਰਹਿਬਰ ਸਿਰਜ ਲੈਂਦਾ ਹੈ ਅਤੇ ਉਹਨਾਂ ਦੀ ਓਟ ਤੱਕ ਲੈਂਦਾ ਹੈ। ਇਸ ਭਾਗ ਲਈ ਇਹਨਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।